ਮੰਦਰ ਸਿੰਘ ਹੋਣਾ ਲਈ ਕਿ ਕੀ ਸਟੈਪਸ ਲਏ ਜਾ ਸਕਦੇ ਨੇ ਜੋ ਗੁਰਦੁਆਰਿਆਂ ਦੇ ਵਿੱਚ ਡਿਸਪਿਊਟਸ ਨੇ ਤੇ ਯੂਥ ਉੱਥੇ ਬਹੁਤਾ ਆਵੇ ਤੇ ਉਹ ਸਾਰੀਆਂ ਚੀਜ਼ਾਂ ਕਿਵੇਂ ਅਸੀਂ ਸਮਾਧਾਨ ਲੱਭ ਸਕਦੇ ਹਾਂ। ਉਹ ਮੇਰੀ ਬੇਨਤੀ ਹੈ ਜਿਨ੍ਹਾਂ ਨੇ ਇਹ ਸਵਾਲ ਪੁੱਛਿਆ ਜਾਂ ਹੋਰ ਵੀ ਜੋ ਇਸ ਸਵਾਲ ਨੂੰ ਉਹਨਾਂ ਦਾ ਸਾਂਝਾ ਸਵਾਲ ਹੈ ਉਹ ਪਲੀਜ਼ ਡਾਕਟਰ ਸਾਹਿਬ ਨਾਲ ਜ਼ਰੂਰ ਸੰਪਰਕ ਕਰੋ। ਉਹਨਾਂ ਪਾਸ ਕਿਉਂਕਿ ਸਵਾਲ ਇੱਥੇ ਜਵਾਬ ਮੈਂ ਸੋਚਦਾ ਸੀਗਾ ਵੀ ਸ਼ਾਇਦ ਨਾ ਦਿੱਤਾ ਜਾਵੇ ਕਿਉਂਕਿ ਇੱਕੋ ਹੀ ਸਵਾਲ ਇਹਨਾਂ ਵਾਸਤੇ ਸੀ ਤੇ ਆਪ ਆ ਕਰਕੇ ਹੀ ਜਵਾਬ ਦੇ ਦੇਣ। ਆਜੋ ਤੁਸੀਂ ਆ ਨਹੀਂ ਮੈਂ ਤਾਂ ਹੀ ਕਿਹਾ ਸੀਗਾ ਮੈਂ ਬੇਨਤੀ ਇਹ ਕੀਤੀ ਸੀ ਨਹੀਂ ਮੈਂ ਬੇਨਤੀ ਇਹ ਕੀਤੀ ਸੀ ਬਈ ਜਿਨ੍ਹਾਂ ਨੇ ਸਵਾਲ ਪੁੱਛਿਆ ਉਹ ਇਹਨਾਂ ਤੋਂ ਨਿੱਜੀ ਤੌਰ ਤੇ ਉਹਦਾ ਜਵਾਬ ਲੈ ਸਕਦੇ ਨੇ। ਇਹ ਅਵੇਲੇਬਲ ਨੇ, ਇਹਨਾਂ ਕੋਲੇ ਜਵਾਬ ਹੈ, ਇਹਨਾਂ ਕੋਲੇ ਇਸ ਗੱਲ ਦਾ ਜਵਾਬ ਹੈ। ਸੋ ਆਪਾਂ ਸਾਰਿਆਂ ਨੇ ਜਿਨ੍ਹਾਂ ਦੇ ਮਨ ਵਿੱਚ ਵੀ ਸਾਂਝਾ ਸਵਾਲ ਹੈ ਆਪ ਜੀ ਜ਼ਰੂਰ ਡਾਕਟਰ ਸਾਹਿਬ ਨੂੰ ਇਹ ਸਵਾਲ ਪੁੱਛੋ। ਸੋ ਜੋ ਜਵਾਬ ਨੇ ਹੁਣ ਆਪਾਂ ਇੱਥੇ ਕਿਉਂਕਿ ਬਹਿਸ ਨਹੀਂ ਕਰਦੇ ਪਏ ਕਿਉਂਕਿ ਹੋ ਸਕਦਾ ਇਹ ਜਵਾਬ ਆਪ ਜੀ ਨੂੰ ਤਸੱਲੀ ਬਖਸ਼ ਨਾ ਲੱਗੇ। ਸੋ ਇਹ ਕੋਈ ਗਰੰਟੀ ਤਾਂ ਹੈ ਨਹੀਂ। ਸੋ ਤਾਂ ਕਰਕੇ ਸਵਾਲ ਦਾ ਜਵਾਬ ਜੋ ਇਹਨਾਂ ਵਿਦਵਾਨਾਂ ਨੇ ਦੇਣਾ ਕਿਉਂਕਿ ਇਹਨਾਂ ਨੇ ਬਾਕੀ ਜਵਾਬਾਂ ਨੂੰ ਵੀ ਦੇਣਾ ਤੇ ਇਹਨਾਂ ਨੂੰ ਥੋੜਾ ਜਿਹਾ ਬਰੀਫ ਰਹਿਣਾ ਪੈਣਾ। ਮੈਂ ਆਪ ਜੀ ਦੇ ਵੀ ਸਾਰਿਆਂ ਚਰਨਾਂ 'ਚ ਬੇਨਤੀ ਹੈ ਕਿਉਂਕਿ ਸਾਰਿਆਂ ਦੇ ਸਵਾਲ ਜਵਾਬ ਦਿੱਤੇ ਜਾ ਸਕਣ ਤਾਂ ਕਰਕੇ ਆਪਣੇ ਸਵਾਲਾਂ ਨੂੰ ਆਪਾਂ ਬਰੀਫ ਰੱਖੀਏ। ਸੋ ਇਹਨਾਂ ਕੋਲੇ ਸਵਾਲ ਨੇ ਸਾਰੇ, ਇਹਨਾਂ ਨੇ ਉਹ ਜਵਾਬ ਦੇਣੇ ਨੇ। ਦਾਸ ਆਪ ਜੀ ਸਰੋਤਿਆਂ ਵਿੱਚ ਬੈਠ ਕੇ ਸਰਵਣ ਕਰੇਗਾ। ਸੋ ਆਪ ਸਭਨਾਂ ਦਾ ਜੋ ਜਵਾਬ ਦੂਰੋਂ ਨੇੜਿਓਂ ਆ ਕਰਕੇ ਹਿੰਮਤ ਕੀਤੀ ਹੈ ਇੱਥੇ ਆਏ ਹੋ ਸੋ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਹੈ। ਬਹੁਤ ਗੁਰਦੁਆਰੇ ਕਮੇਟੀਆਂ ਜਿੰਨੀਆਂ ਵੀ ਬਾਹਰੋਂ ਆਈਆਂ ਨੇ ਆਪ ਸਭਨਾਂ ਦਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਹੈ। ਧੰਨਵਾਦ ਉਹਨਾਂ ਦਾ ਵੀ ਹੈ ਜੋ ਸਾਡਾ ਸੈਮੀਨਾਰ ਅੱਜ ਹੋਇਆ ਉਹਨਾਂ ਜੋ ਇਹਦਾ ਕਾਰਨ ਬਣੇ ਉਹਨਾਂ ਦਾ ਵੀ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ। ਇੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਆਪਾਂ ਸਵੇਰੇ 9 ਵਜੇ ਦੇ ਇੱਥੇ ਆਏ ਹੋਏ ਹਾਂ 10 ਵਜੇ ਦੇ ਤੇ ਹੁਣ ਤੱਕ ਵੀ ਹਾਲ ਇੱਕ ਖਚਾਖਚ ਭਰਿਆ ਹੋਇਆ। ਸੋ ਇਸ ਗੱਲ ਦਾ ਸਬੂਤ ਹੈ ਕਿ ਸਤਿਗੁਰੂ ਸਾਹਿਬ ਜੀ ਦੀ ਇਹ ਪਾਵਨ ਬਾਣੀ ਦਾ ਸਿੱਖਾਂ ਦੇ ਮਨਾਂ ਦੇ ਵਿੱਚ ਕਿੰਨਾ ਸਤਿਕਾਰ ਹੈ ਤੇ ਇਸ ਗੱਲ ਦਾ ਰੋਸ ਵੀ ਹੈ ਕਿ ਇਸ ਬਾਣੀ ਦੇ ਉੱਤੇ ਕਿੰਤੂ ਪਰੰਤੂ ਹੋ ਰਹੇ ਜੀ। ਸੋ ਸਤਿਗੁਰੂ ਸਾਹਿਬ ਜੀ ਆਪਾਂ ਨੂੰ ਵਿਵੇਕ ਬੁੱਧ ਬਖਸ਼ਿਸ਼ ਕਰਨ, ਆਪਾਂ ਸਭਨਾਂ ਦੇ ਗਿਆਨ ਵਿੱਚ ਵਾਧਾ ਹੋਵੇ ਜੋ ਹੋਇਆ ਵੀ ਹੈ। ਸੋ ਦਾਸ ਨੇ ਬੇਅੰਤ ਭੁੱਲਾਂ ਕੀਤੀਆਂ ਨੇ, ਖਿਮਾ ਦੀ ਜਾਚਨਾ ਹੈ। ਹੁਣ ਮੈਂ ਸਟੇਜ ਸਰਦਾਰ ਗੁਰਤਰਜੀਤ ਸਿੰਘ ਲਾਂਬਾ ਨੂੰ ਦਿੰਦਾ ਹਾਂ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। And the logo too, the banner. Go closer. Now go more closer. Mic, volume go. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਕੁਝ ਜਿਹੜੇ ਸਵਾਲ ਜਾਂ ਜਿਹੜੀਆਂ ਜਿਗਿਆਸਾ ਕਿਉਂਕਿ ਜੋ ਆਪ ਦਾ ਸਹਿਯੋਗ ਪ੍ਰਾਪਤ ਹੋਇਆ ਉਹ ਬਹੁਤ ਹੀ ਵਾਕਈ ਇੱਕ ਹੌਸਲਾ ਅਫਜ਼ਾਈ ਵਾਲਾ ਵੀ ਹੈ ਔਰ ਜਿਸ ਦੇ ਵਿੱਚ ਤੁਹਾਡੀ ਇਸ ਵਿਸ਼ੇ ਪ੍ਰਤੀ ਔਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਨਾਲ ਜੁੜੀ ਹੋਈ ਤੁਹਾਡੀ ਸ਼ਰਧਾ ਨੂੰ ਪ੍ਰਗਟ ਕਰਦਾ ਹੈ। ਸਵਾਲ ਆਏ ਹਨ, ਅੱਖਰ ਤਾਂ ਬਹੁਤ ਛੋਟੇ ਹਨ, ਬਹੁਤ ਥੋੜੇ ਸੈਂਟੈਂਸਸ ਹਨ ਪਰ ਕਈ ਦਫਾ ਉਹਨੂੰ ਛੋਟੇ ਸ਼ਬਦਾਂ ਦੇ ਵਿੱਚ ਜਾਂ ਸਮੇਂ ਦੇ ਕਰਕੇ ਜਾਂ ਇਤਨੇ ਜ਼ਿਆਦਾ ਹਨ ਪਰ ਮੈਂ ਜਿਸ ਤਰੀਕੇ ਨਾਲ ਹੁਕਮ ਹੋਇਆ ਮੈਂ ਉਹ ਪੜਾਂਗਾ ਤੇ ਉਹਨੂੰ ਅਸੀਂ ਜਿਹੜੇ ਹੈਗੇ ਹੈ ਸੱਜਣ ਵਿਦਵਾਨ ਹੈਗੇ ਹੈ ਔਰ ਇਹਨਾਂ ਦਾ ਫਰਜ਼ ਵੀ ਹੈ ਹੱਕ ਵੀ ਹੈ ਜਵਾਬ ਦੇਣਗੇ। ਪਹਿਲਾ ਸਵਾਲ ਹੈ, ਨਿੰਦਿਆ ਸਾਡੇ ਧਰਮ ਵਿੱਚ ਬੁਰੀ ਹੈ ਪਰ ਤੁਸੀਂ ਨਿੰਦਿਆ ਕਰਨ ਵਾਲਿਆਂ ਨੂੰ ਰੋਕਿਆ ਨਹੀਂ। ਮਹਾਰਾਜ ਰੋਕ ਸਕਦੇ ਨਿੰਦਿਆ ਕਰਨ ਤੋਂ ਪਰਮੇਸ਼ਰ ਕਰ ਸਕਦਾ, ਅਸੀਂ ਤਾਂ ਨਹੀਂ ਕਰ ਸਕਦੇ। ਠੀਕ ਹੈ ਜੀ। ਸੋ मेरा ख्याल है जो
मेरी बेनती है कि हो सकता है कई दफा आप जी की तसल्ली ना होई होए किसी जवाब करके, ते क्योंकि असी किसी विवाद या उस बहस विच उसनूं बार बार उलझाण दा मकसद नहीं है। जे तां प्रवान है उसनूं ठीक है, ते नहीं अगर हैगा फिर असी अवेलेबल भी हैगे हैं, निजी तौर के उत्ते भी विचार की जा सकती है। एक होर सवाल आया कि प्रोफैसर दर्शन सिंह नूं गुरुद्वारियां विच प्रचार करने की इजाजत दी जानी चाहिए है, भावें कि उन्होंने उसके लिए कोई खिमा याचना नहीं की, और उन्होंने जिहड़ा पिछला बिहेवियर दसम ग्रंथ साहिब और अरदास के बारे गुरुद्वारा साहब दे विच की प्रोग्राम रखना है, की करना है, की कराना है, मैं समझदा हूँ इत्थों दी कमेटी का काम है। जिद तक सवाल है भी इन्ना डिस्कशन हो चुका है, हुण इस सारे दी लो दे विच मैनू ते नहीं लगता कि भी बहुता हुण उन्हां नूं तकलीफ इत्थे दित्ती जावे परेशानी। तो ये मतलब जस्ट ये तुहाडा हुण असीं ते डिस्कस ही कर सकते हैं, हुण डिस्कस ही हो रहा सवेर तो, और अकाल तख्त साहब का भी कुछ है इधर के प्रति, वो सारा कुछ तो कमेटी वाले जानते होंगे ना, ये साडे सिर ते हुण सारा कुछ क्यों सुट्टी जाते। असीं ते चिल्ला चिल्ला के कह रहे हैं भी ये बहुत गलत कर रहा, तो हुण होर की चाहुंदे? बाकी तुसीं सोचना, दरअसल कमेटी ने सोचना है। ਇਹਦੇ ਵਿੱਚ मैं एक लफ्ज का वादा करना चाहांगा। पिछले हफ्ते ही वाशिंगटन के किसी गुरुद्वारे दे विच प्रबंधक कमेटी ने उत्थे प्रोग्राम रखिया सी, तां श्री अकाल तख्त साहब वालों तुरंत ही उस कमेटी नूं उन्हां प्रबंधकां नूं चिट्ठी जारी हुई कि प्रोफैसर दर्शन सिंह नूं पंथ विचों छेकिया जा चुका है, उन्होंने किसी भी उहदे च इजाजत नहीं है। बल्कि अज भी इस समागम के लिए सिंह साहब जथेदार गुरबचन सिंह जी का, अकाल तख्त साहब जथेदार का एक उचेचा पैगाम और सुनेहा ये उसकी छत्र छाया हेठ हो रहा है। उन्होंने आया कि जिहड़े छेके व्यक्ति है भरम भुलेखा पा रहे हैं उन्होंने तो बचना है। तो वो वाशिंगटन बारे उन्होंने आदेश सी कि तुसीं वो प्रोग्राम कैंसल करके सानू सूचना कर दिओ, अगर नहीं तो पंथक परंपरावां दे मुताबिक तुहाडे ते कार्रवाई की जाएगी। अगला जी के श्री गुरु इन्होंने लफ्ज लिखा, श्री गुरु दसम ग्रंथ साहिब जी विच नानक शब्द क्यों नहीं वरतिया गया? 6 पातशाहियां दी बाणी विच नानक शब्द तो ही शुरुआत हुई अते अंत भी इसे शब्द नाल होया है। भाव की सारी बाणी विच गुरु नानक देव जी का ही वर्णन है, सो गुरु दसम ग्रंथ जी विच क्यों नहीं वरतिया गया नानक शब्द? मैं अपने लैक्चर दस्सिया सी कि गुरु जी ने कहा कि गुरु ग्रंथ साहब की बाणी ये अकाली बाणी है तो ये साडी खेड है, ये कौतक ने, इस करके कि वो जिहड़ी तुरकी बाणी जे इहदे च नानक पद हुंदा ते निश्चित तौर पर असां सिखां ने कहना सी कि इहदे विच मिलाओ। गुरु साहब अगर नहीं भी इहदे विच संपादन करदे ते असीं कहना सी कि नहीं इहदे च नानक पद वरते, इस करके इहदे विच ऐड होनी चाहिए गुरु ग्रंथ साहब की बाणी। इसका स्वरूप, इसका सुभाव, इसकी प्रकृति, इसका प्रयोजन ये वखरे होने करके कि गुरु ग्रंथ साहब की बाणी जिहड़ी है उसने आत्मिक तौर पर इंसान नूं जिहड़ा है वो वाहिगुरू नाल लीन करना है। वो इंसान जिहड़ा है वो सिख ते होवेगा ही, हिंदू ही हो सकता है, जिहड़ा भी बाणी पढ़ता है वो हो सकता है। श्री दसम ग्रंथ की बाणी जिहड़ी है ये कर्म नाम है, गुरु ग्रंथ साहब की बाणी कीर्तन नाम है। कीर्तन नाम जिहड़ा है ओहदे कीर्तन होंदा कृत्रिम शब्द है संस्कृत का। कृत्रिम का अर्थ होंदा है जिहड़ा बनावटी होए। बनावटी का मतलब है कि जिहड़े दैवी डिवाइन क्वालिटीज हैं जिहड़ियां इस कुदरत विच उन्हां उत्ते गुणवाचक नाम पैंदे ने परमेश्वर दे। हुण वो गुण जिहड़ा है गुण तां ओही रहिंदा है, नाम दूजी भाषा में जाके बदल जाता है। जे वो असी अपनी भाषा विच संस्कृत कृपालू कहने
ਤੇ ਉਹ ਜਾ ਕੇ ਉਧਰ ਕਰੀਮ ਤੇ ਰਹੀਮ ਹੋ ਜਾਏਗਾ ਔਰ ਅੰਗਰੇਜ਼ੀ ਵਿੱਚ ਉਹਦਾ ਕੁਝ ਹੋਰ ਹੋ ਜਾਏਗਾ, ਗੁਣ ਉਹ ਹੀ ਰਹੇਗਾ। ਇਸ ਕਰਕੇ ਕੀਰਤਨ ਨਾਮ ਕਿਹਾ ਜਾਂਦਾ ਹੈ। ਕੀਰਤਨ ਨਾਮ, ਕਰਮ ਨਾਮ ਜਿਹੜਾ ਹੈ ਇਹ ਡਿਵਾਈਨ ਐਕਸ਼ਨ ਤੇ ਹੁੰਦਾ ਹੈ, दैवी कौतका ते होता है। तब सर्वनाम शुरू आता है ना, तब सर्वनाम कथा कवन कर्म नाम वर्ण स्वाद। हुण गुरु ग्रंथ साहिब च वाहिगुरू वो नाम नहीं है, दसम ग्रंथ विच अनाम भी है और वार वार आया। उथे नमो नित नारायण क्रूर करने का भाव कदे नहीं आएगा उहदे च, क्योंकि वो कीर्तन नाम है, ਉਹਦੇ ਚ ਗੁਣਾਂ ਦੀ ਬਾਤ ਹੀ ਹੋਏਗੀ। ਇੱਥੇ ਇੱਕ ਅਵਗੁਣ ਵੀ ਜਿਹੜਾ ਸੰਸਾਰ ਦੇ ਵਿੱਚ ਵਿਆਪਕ ਹੈ ਉਹਦਾ ਵੀ ਜ਼ਿਕਰ ਉਹਨੂੰ ਕਰਮ ਨਾਮ ਨਾਲ ਸੰਬੰਧਿਤ ਕਰ ਦਿੱਤਾ ਗਿਆ ਹੈ। ਇੱਥੇ ਪਰਮੇਸ਼ਰ ਜਿਹੜਾ ਹੈ ਉਸਨੂੰ ਇਹ ਵੀ ਕਹਿ ਦਿੱਤਾ ਕਿ ਸ਼ਰਾਬ ਪੀਣ ਵਾਲੇ ਵਿੱਚ ਵੀ ਤੂੰ ਹੈ, ਸ਼ਹਿਦ ਪੀਣ ਵਾਲੇ ਵਿੱਚ ਵੀ, ਔਰ ਮਾਖਿਓਂ ਜਿਹੜਾ ਗੰਨੇ ਦਾ ਰਸ ਜਿਹੜਾ ਹੈ ਉਹ ਪੀਣ ਵਾਲਾ ਵੀ ਤੂੰ ਆਪ ਹੀ ਹੈ। ਇਹ ਚੀਜ਼ ਕੀਰਤਨ ਨਾਮ 'ਚ ਨਹੀਂ ਆ ਸਕਦੀ, ਕਿਉਂਕਿ ਉੱਥੇ ਕੇਵਲ ਵਾਹਿਗੁਰੂ ਜੀ ਦੇ ਗੁਣਾਂ ਦਾ ਡਿਫਾਈਨ ਹੋਣਾ ਹੈ। इस करके इन्हां दी नेचर अलग अलग होने करके नानक नाम नहीं। एक सा करनवीर सिंह जी का है कि जाप साहब की की महत्ता है, केड़ियां क्वालिटीज जिहड़ियां सानू दिंदी है, इहदा कोई हिस्टोरिकल रेफरेंस है कि ਇਹਦੀ ਪਾਵਰ ਕੀ ਹੈ ਜਾਪ ਸਾਹਿਬ ਦੀ। ਜਾਪ ਸਾਹਿਬ ਦੀ ਸਿਗਨੀਫੀਕੈਂਸ ਕੀ ਹੈ? ਔਰ ਜਾਪ ਸਾਹਿਬ ਦੀ ਸਿਗਨੀਫੀਕੈਂਸ ਤੇ ਜਿੱਦ ਤੱਕ ਸਵਾਲ ਹੈ, ਦੈਟ ਇਜ਼ ਆਬਵੀਅਸ, ਬਾਣੀ ਹੈ ਔਰ ਬਾਣੀ ਨੂੰ ਪੜ੍ਹਨ ਦੇ ਨਾਲ, ਮਨ ਦੇ ਵਿੱਚ ਬਾਣੀ ਨੂੰ ਗਾਇਨ ਕਰਨ ਦੇ ਨਾਲ चित्त के अंदर शांति मिलती है और प्रेरणावां मिलदियां हन, चंगियां प्रेरणावां मिलदियां हन कि जिस परथाए बाणी लिखी गई है उसके वाक नूं जे असीं सिर्फ पढ़ना नहीं है, वैसे पाठ करना ते पढ़ना मैं वखरे वखरे काम समझदा, क्योंकि पाठ ते लोग अखां मीट के भी करी जाते हैं, लेकिन मेरा ख्याल है कि पढ़ना जिहड़ा हुंदा है वो अखां खोल के चंगी तरह समझ के मतलब उसनूं पढ़ना हुंदा है। ते जदों समझ के पढ़ांगे असीं ते मन दे विच एक कुछ निश्चय साडे पैदा होणगे चंगे, और मेरा ख्याल है कि जीवन साडा अगे नालों होर अच्छा हो जाएगा। इहदा सिग्नीफिकेंस ते है ही है। कहने तुसीं कुछ वादा करना चाहोगे? जाप साहब बारे जिवें पुछया गया, दास दी विचार इस तरह है भी श्री गुरु ग्रंथ साहब जी का एक संखेप रूप जो देखना होवे, थोड़े समय सारा गुरु ग्रंथ साहब का निचोड़ जिन्होंने सारंस कहते हैं तो वह श्री जपजी साहब है। तो जे आपां सारे दसम ग्रंथ साहब का संखेप रूप देखना होवे, बीज रूप देखना होवे तो वह श्री जाप साहब है। इत्थों तक पुरातन सिंह मनते सी भी जे जपजी साहब का पाठ कर लिया तो समझो सारे गुरु ग्रंथ साहब जी का सिद्धांत जिहड़ा उहदा सानू फल प्राप्त होया, और जाप साहब का पाठ कर लिया क्योंकि सारिया जिहड़ियां गल्लां अगे व्याख्या जाउंदियां ने, नमो जोग जोगे नमो भोग भोगे, वो अगे बहुत विस्तार नाल लिखियां गईयां ने, उहदे च बीज रूप च लिखियां गईयां। सो जपजी साहब ते जाप साहब साडे नितनेम दी बाणी गुरु साहब ने इस करके बनाई है भी दोवें ग्रंथ साहिबां जी दा जिहड़ा सिद्धांत है वो रोज साडे सामने आवे। बिना पढ़े जप जाप के जो जेवै प्रसाद, सो बिष्टा किरम होए जन्म गवावे बार। जपजी साहब जाप साहब नितनेम शामिल किते, रोज पढ़ने रोज करने, यानी रोज सीखने सारा गुरु सिद्धांत जिहड़ा उहदे ते झात पानी है। ते उहदे अंदर उस चीज ने वो जिहड़ा जाप है बार बार जपण नाल वो जिहड़े अकाल पुरख दे गुण ने वो साडे अंदर दैवी गुण आने शुरू हो जाते हैं। ते हौले हौले क्योंकि अजकल लोग जाप नूं मनदे नहीं, पर जाप दी अपनी कला है। तुसीं वाहिगुरू वाहिगुरू करके वेखो, ओहदा आनंद ओहदा सरूर ओहदा नशा अपना ही है। इसे तरह जाप साहब बाणी जपजी साहब बाणी जिहड़ियां मुੱਢਲੀਆਂ बाणियां ने ये पुरातन सिंह जपी जाते सी, कला एक बारी पाठ नहीं करते, कई पाठ करते सीगे। ਉਹਦਾ ਕਾਰਨ ਵੀ ਧਿਆਨ ਜਿਹੜਾ ਸਾਡਾ ਨਾ ਉਹ ਬਾਹਰ ਨਾ ਜਾਵੇ ਤੇ ਉਹਨਾਂ ਚੀਜ਼ਾਂ ਦੇ ਬਾਰ-ਬਾਰ ਧਿਆਨ ਆਉਣ ਨਾਲ ਜਿਹੜੇ ਅਕਾਲ ਪੁਰਖ ਦੇ ਸਰੂਪ ਨੇ, ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ, ਉਹ ਉਹਨਾਂ ਸ਼ਬਦਾਂ ਤੇ ਸਾਡਾ ਧਿਆਨ ਜਿਹੜਾ ਇਕਾਗਰ ਹੋਵੇ ਤੇ ਅਸੀਂ ਉਸ ਸਰੂਪ ਦਾ ਆਨੰਦ ਮਾਣ ਸਕੀਏ। जी बहुत बहुत धन्यवाद जी। एक और सवाल आया कि
ਜਿਹੜੀ ਦਸਮ ਗ੍ਰੰਥ ਸਾਹਿਬ ਬਾਰੇ ਜਿੰਨੀ ਕੁ ਵੀ ਵਾਦ ਵਿਵਾਦ ਜਾਂ ਕੰਟਰੋਵਰਸੀ ਹੈ ਉਹ ਇੱਥੇ ਪੱਛਮੀ ਦੁਨੀਆ 'ਚ ਕਿਉਂ ਹੈ, ਇਸ ਤਰ੍ਹਾਂ ਦੀ ਪੰਜਾਬ ਵਿੱਚ ਕਿਉਂ ਨਹੀਂ? ਉੱਥੇ ਕਿਉਂ ਨਹੀਂ ਕੰਟਰੋਵਰਸੀ, ਇੱਥੇ ਕਿਉਂ ਹੈ? ਔਰ ਦੂਸਰਾ ਹੈਗਾ ਹਾਊ ਸ਼ੁੱਡ ਵੀ ਐਡਰੈਸ ਦੋਜ਼ ਪੀਪਲ ਔਰ ਲੀਡਰਸ ਹੂ ਆਰ ਅਪੋਜ਼ਿੰਗ? My English, which we are answered now. The question was, the controversy of Dasam Granth is only in the Western world. There is no issue in Punjab. Why? How should we address these people or leaders who are opposing? Well, firstly, the question is about whether there is an actual controversy and only in the Western world. There is obviously controversy. Well, some people think there's controversy all over the world. So how do we deal with these issues? Well, the actual hukams always come from Sri Akal Takht Sahib, and in 2006 and 2008 they both sent hukamname stating what is the actual position on Sri Dasam Granth Sahib across the world. In my book on Sri Dasam Granth Sahib questions and answers, I've got the hukamnamas in the back here. Essentially, what Akal Takht Sahib is saying is that people who are trying to divide the Sikhs are miscreants, which means people are just there to cause trouble. Now, how are we supposed to address this? Well, conferences like this are intended to be one way of addressing this. Other ways are in terms of actual books which have been created. I've written a book, Dr. Harbhajan Singh's written a book. So these are the actual ways, but also many of the questions which have been posed today and many of the questions which people are asking are third party questions, which means no one's done any ityas themselves, no one's actually read anything before asking the questions. Before you're even entitled to ask a question, you need to at least read Dasam Granth Sahib. Gyani Sher Singh mentioned earlier on, start with Guru Granth Sahib first and then move on, and when you get to Sri Dasam Granth Sahib, maybe there's a bit of a chance, but remember, you've got to understand some basics of Sikhi before you can even start addressing ideas on Sri Dasam Granth Sahib. ਅਗਲਾ ਸਵਾਲ ਆਇਆ ਹੈ ਕਿ ਜੇ ਅੱਗੇ ਹੋਵੇ ਮੈਂ ਇਸ ਸਵਾਲ ਦਾ ਜਵਾਬ ਦੇ ਸਕਦਾ? ਹਾਂ ਹਾਂਜੀ ਜ਼ਰੂਰ। ਪਰਮ ਸਤਿਕਾਰਯੋਗ ਇਸ ਹਾਲ ਦੇ ਵਿੱਚ ਬੈਠ ਕੇ ਗੁਰੂ ਕੇ ਸਿੱਖੋ ਅੱਜ ਦੇ ਸੈਮੀਨਾਰ ਦਾ ਆਨੰਦ ਮਾਣ ਰਹੇ ਹੋ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਮਾਫੀ ਚਾਹੁੰਦਾ ਤੁਹਾਡੇ ਸਾਰਿਆਂ ਦਾ। ਦਸਮ ਗ੍ਰੰਥ ਦਾ ਇੱਕ ਵਾਰੀ ਸਵਾਲ ਪੜ੍ਹੋਗੇ ਜੀ ਦੁਬਾਰਾ? ਪੱਛਮ ਦੇ ਵਿੱਚ ਵਿਰੋਧ ਹੈ, ਭਾਰਤ ਵਿੱਚ ਕਿਉਂ? ਵਾਦ ਵਿਵਾਦ ਕਿਉਂ? ਪੰਜਾਬ ਵਿੱਚ ਬਿਲਕੁਲ ਜੀ, ਸਮਝ ਗਿਆ ਮੈਂ। ਥੈਂਕ ਯੂ। ਮੈਂ ਇਸ ਗੱਲ ਨੂੰ ਇੰਟਰਪ੍ਰੀਟੇਸ਼ਨ ਇਹਦੀ ਇਸ ਤਰ੍ਹਾਂ ਕਰਦਾ, ਪੰਜਾਬ ਦੇ ਵਿੱਚ ਹਿੰਦੂਇਜ਼ਮ ਦਾ ਜਾਂ ਉਸ ਕਰਪਟ ਸਿਸਟਮ ਦਾ ਪ੍ਰਭਾਵ ਇੰਨਾ ਹੈ, ਜਾਂ ਸਾਡੇ ਸਿਰ ਤੇ ਡਾਂਗੇ ਇੰਨੀ ਜ਼ੋਰ ਦੀ ਮਾਰਦੇ ਸਾਨੂੰ ਬੋਲਣ ਨਹੀਂ ਦਿੰਦੇ। ਇਸ ਵੇਲੇ ਜਿਹੜੀ ਸਿੱਖਾਂ ਦੀ ਆਜ਼ਾਦੀ ਦੀ ਆਵਾਜ਼ ਆ ਵਿਦੇਸ਼ਾਂ 'ਚ ਬਹੁਤੀ ਉੱਠ ਰਹੀ ਆ। ਇਸ ਕਰਕੇ ਵਿਦੇਸ਼ਾਂ ਦੇ ਵਿੱਚ ਉਸ ਆਵਾਜ਼ ਨੂੰ ਦਬਾਉਣ ਦੇ ਲਈ ਵਿਦੇਸ਼ਾਂ ਦੇ ਵਿੱਚ ਏਜੰਟ ਭੇਜ ਕੇ ਇਸ ਗੱਲ ਨੂੰ ਜ਼ਿਆਦਾ ਉਭਾਰਿਆ ਜਾ ਰਿਹਾ। ਇਹੀ ਇਹਦਾ ਰੀਜ਼ਨ ਆ। ਮੈਂ ਮਾਫੀ ਚਾਹੁੰਦਾ ਤੁਹਾਡੇ ਤੋਂ, ਸਾਡੇ ਸਤਿਕਾਰਯੋਗ। ਜਿੰਦਾਬਾਦ 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 ਜਿੰਦਾਬਾਦ। ਖਾਲਿਸਤਾਨ 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 ਖਾਲਿਸਤਾਨ। ਸਤਿ ਸ੍ਰੀ ਅਕਾਲ। ਜੁਗਾਲਾ ਬਰਾਬਰ ਸੰਤ ਜਨਾਬ ਸਿੰਘ ਦੇ ਮਨ ਨੂੰ ਭਾਵੇਂ ਨਜ਼ਰੋਂ ਨਜ਼ਰ ਨਿਹਾਲ ਹੋ ਜਾਵੇ। ਸੰਤ ਜਨਾਬ ਤੋਂ ਗੱਜੇ ਬਾਹਮਣ ਭੱਜੇ, ਭਾਂਡੇ ਨੂੰ ਰਾਹ ਨਾ ਲੱਭੇ। ਸੰਤ ਜਨਾਬ ਤੋਂ ਨੇ ਮੋਰਚਾ ਲਾਤਾ, ਬਾਹਮਣ ਭਜਾਤਾ, ਤਿਰੰਗੇ ਪੱਟ ਤੇ ਨਿਸ਼ਾਨ ਸਾਹਿਬ ਗੜ ਤੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤੁਸੀਂ ਸਾਡੇ ਵੱਡੇ ਹੋ, ਮਾਫੀ ਦੇਣੀ। ਅਗਲਾ ਸਵਾਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲਣ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀ ਹਸਤੀ ਸੀ? ਲਾਬਾ ਸਾਹਿਬ ਦੁਬਾਰਾ ਪੜ੍ਹੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀ ਹਸਤੀ ਸੀ? ਪੋਥੀ ਸਾਹਿਬ ਕਹਿ ਕੇ ਸਤਕਾਰ ਸਹਿਤ ਪ੍ਰਕਾਸ਼ ਕੀਤਾ। ਉਸ ਵੇਲੇ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਕਿਹਾ ਜਾਂਦਾ, ਗ੍ਰੰਥ ਜੀ ਕਿਹਾ ਜਾਂਦਾ ਸੀ, ਪੋਥੀ ਸਾਹਿਬ ਕਿਹਾ ਜਾਂਦਾ ਸੀ, ਬੀੜ ਸਾਹਿਬ ਕਿਹਾ ਜਾਂਦਾ ਸੀ। ਸੌਰੀ, ਹਾਂਜੀ, ਅੱਛਾ, ਇਹ ਇੱਕ ਹੋਰ ਸਵਾਲ ਹੈ ਜੀ ਕਿ ਆਰ ਯੂ ਸੇਇੰਗ that ਚਰਿਤ੍ਰੋਪਾਖਿਆਨ ਐਂਡ ਚੌਪਈ were written at ਬਿਬੋਰ ਸਾਹਿਬ ਗੁਰਦੁਆਰਾ in Guru Gobind Singh's own handwriting, but proof I think only Chupai was written there. ਇਹ ਬਿਲਕੁਲ ਠੀਕ ਹੈ। ਬਬੋਰ ਸਾਹਿਬ ਮੈਂ ਵੀ ਹੁਣੇ ਦਰਸ਼ਨ ਕਰਕੇ ਆਇਆ। ਚਰਿਤ੍ਰੋਪਾਖਿਆਨ 1753 ਵਿੱਚ ਪੌਂਟਾ ਸਾਹਿਬ ਰਚਿਆ ਗਿਆ। ਉੱਥੇ ਕੇਵਲ ਬਬੋਰ ਸਾਹਿਬ ਦੇ ਵਿੱਚ ਉਹ ਚੁਪਈ ਉਚਾਰਨ ਕੀਤੀ ਹੈ ਔਰ ਉਹ ਬਹੁਤ ਸ਼ਾਨਦਾਰ ਉੱਥੇ ਸਤਲੁਜ ਦੇ ਕਿਨਾਰੇ ਦੇ ਉੱਤੇ ਗੁਰਦੁਆਰਾ ਸਾਹਿਬ ਹੈ। ਇੱਕ ਇਹਨਾਂ ਨੇ ਪੁੱਛਿਆ what is ਦਸਮ ਗ੍ਰੰਥ that is so different, talk about content. What is Dasam Granth that is so different, talk about content rather than how it came about and by whom? So ਹੁਣ ਤਾਂ ਖੈਰ ਹੋ ਗਿਆ, ਇਹ ਉਸ ਤੋਂ ਬਾਅਦ ਲੇਟ ਆਇਆ। ਇਹਨਾਂ ਦਾ ਕਹਿਣਾ ਹੈ ਕਿ ਇਹਦੇ ਕੰਟੈਂਟ ਦੇ ਬਾਰੇ ਗੱਲ ਕਰੋ, ਨਾ ਕਿ ਇਹਦੇ ਕਰਤ੍ਰਿਤਵ ਦੇ ਬਾਰੇ ਗੱਲ ਕਰੋ, ਕਿਉਂਕਿ ਸਵਾਲ ਕਰਤ੍ਰਿਤਵ ਦੇ ਬਾਰੇ ਵੀ ਕੀਤੇ ਜਾਂਦੇ ਹੈ ਕਿ ਇਹ ਬਾਣੀ ਨਹੀਂ ਹੈ, ਇਸ ਕਰਕੇ ਉਹਦੇ ਕਰਤ੍ਰਿਤਵ ਦੇ ਉੱਤੇ ਵੀ ਜ਼ਰੂਰ ਗੱਲ ਕਰਨੀ ਪਏਗੀ। ਤੇ ਇੱਕ ਸਵਾਲ ਹੈ ਕਿ ਚੰਡੀ ਇੰਦਰ ਜਿਸ ਨੂੰ ਦਸਮ ਦਾ ਸੰਤ ਕਿਹਾ ਹੈ, ਗੁਰੂ ਗ੍ਰੰਥ ਦਾ ਚਰਿੱਤਰਹੀਨ ਵਿਅਕਤੀ, ਪਤਾ ਨਹੀਂ ਲਿਖਿਆ ਕਲੀਅਰ ਨਹੀਂ ਹੈ, ਲਈ ਰਾਜ ਭਾਗ ਲਈ ਪ੍ਰਗਟ ਹੋ ਰਹੀ ਹੈ, ਪਰ ਇਸਤਰੀ ਜਾਤੀ ਅਹਿਲਿਆ ਦੀ ਇੱਜ਼ਤ ਇੰਦਰ ਕੋਲੋਂ ਬਚਾਉਣ ਲਈ ਨਹੀਂ ਪ੍ਰਗਟ ਹੋ ਰਹੀ। ਦੁਰਗਾ ਜਿਹੜੀ ਹੈ ਉਹ ਇੰਦਰ ਲਈ ਤਾਂ ਪ੍ਰਗਟ ਹੋ ਰਹੀ ਹੈ, ਪਰ ਅਹਿਲਿਆ ਲਈ ਕਿਉਂ ਨਹੀਂ ਹੋ ਰਹੀ? ਪੁਰਾਣੇ ਜਿਹੜਾ ਤਾਂ ਐਵੇਂ ਕਿ ਪੁਰਾਣੇ ਕਥਾ ਹੈ। ਦੂਜੀ ਚੀਜ਼, ਇੰਦਰ ਨੂੰ ਦਸਮ ਗ੍ਰੰਥ ਦਾ ਸੰਤ ਕਿਸ ਨੇ ਕਿਹਾ ਮੈਨੂੰ ਤਾਂ ਪਤਾ ਨਹੀਂ। ਇੰਦਰ ਨੂੰ ਕੋਈ ਸੰਤ ਨਹੀਂ ਕਿਹਾ। ਇਹ ਸਿਰਫ ਇਤਨਾ ਇਹ ਕਿਹਾ ਕਿ ਇੰਦਰ ਨੂੰ ਜਿਹੜਾ ਰਾਜ ਹੈ ਉਹ ਦੁਰਗਾ ਨੇ ਦੇਣ ਦਾ ਭਾਵ ਹੈ ਕਿ ਜਿਹੜੀ ਇਸਤਰੀ ਕੋਲ, ਨਾਰੀ ਕੋਲ ਸ਼ਕਤੀ ਇਤਨੀ ਹੈ ਕਿ ਜਿੱਥੇ ਪੁਰਸ਼ ਵੀ, ਕਿਉਂਕਿ ਹੁਣ ਇਹ ਬਾਣੀ ਸਾਰੀ ਜਿਹੜੀ ਪੁਰਾਣੇ ਕਥਾਵਾਂ ਨੂੰ ਉਸ ਦਾ ਜਿਹੜਾ ਹੈ ਉਹ ਭਾਵ ਦੂਜੇ ਤਰੀਕੇ ਨਾਲ ਪ੍ਰਗਟ ਕਰ ਰਹੇ ਨੇ, ਸਮਝਾ ਰਹੇ ਨੇ ਕਿ ਇਸਤਰੀ ਵਿੱਚ ਇਤਨੀ ਸ਼ਕਤੀ ਹੈ। ਸੋ ਇਤਨਾ ਹੀ ਕਿਹਾ ਗਿਆ ਹੈ। ਜਿੱਥੋਂ ਤੱਕ ਇੰਦਰ ਦਾ ਸਵਾਲ ਹੈ, ਇੰਦਰ ਦੀ ਗਲੋਰੀਫਿਕੇਸ਼ਨ ਦਸਮ ਗ੍ਰੰਥ ਵਿੱਚ ਕਿਤੇ ਇੱਕ ਲਾਈਨ ਵੀ ਨਹੀਂ ਕਿ ਇੰਦਰ ਨੂੰ ਕਦੇ ਅੱਛਾ ਕਿਹਾ ਹੋਵੇ। ਜੇ ਉਹਨੇ ਹਿੱਲਿਆ ਦੀ ਪੱਤ ਲੁੱਟੀ ਹੈ ਤਾਂ ਉਸਨੇ ਕੁਕਰਮ ਕੀਤਾ ਔਰ ਲਿਖਿਆ ਕਿ ਉਸ ਨੂੰ ਸਹਿਸ ਭਾਗ ਹੋਏ ਨੇ। ਪੜ੍ਹੀ ਨਾ ਬਾਣੀ ਤੁਹਾਡੇ ਸਾਹਮਣੇ ਕਿ ਉਸ ਨੂੰ ਸਹਿਸ ਭਾਗ ਦਾ ਸ਼ਰਾਪ ਪ੍ਰਾਪਤ ਹੋਇਆ ਇੰਦਰ ਨੂੰ। ਇਹਦੇ ਨਾਲ ਹੀ ਥੋੜਾ ਜਿਹਾ ਮੈਂ ਵੀ ਦੱਸਦਾ ਕਿ ਉਹ ਗੁਰੂ ਨਾਨਕ ਸਾਹਿਬ ਦੇ ਸ਼ਬਦ ਹੈ ਇੱਕ, ਸਹਿੰਸਰ ਦਾਨ ਦੇ ਇੰਦਰ ਰੋਆਇਆ, ਪਰਸ਼ੁਰਾਮ ਰੋਵੇ ਘਰ ਆਇਆ, ਰੋਵੇ ਰਾਮ ਨਿਕਾਲਾ ਪਿਆ ਸੀਤਾ। ਉਹਦੇ ਵਿੱਚ ਪਹਿਲੀ ਲਾਈਨ 'ਚ ਇਹੀ ਹੈ ਜਿਹੜੀ ਗੱਲ ਇਹਨਾਂ ਨੇ ਦੱਸੀ ਹੈ ਵੀ ਉਹਨੂੰ ਗੌਤਮ ਰਿਸ਼ੀ ਦੀ ਇਸਤਰੀ ਅਹਿਲਿਆ ਦੇ ਨਾਲ ਉਹਨੇ ਬਦਕਾਰੀ ਕੀਤੀ। ਰਿਸ਼ੀ ਆ ਗਿਆ ਔਰ ਉਹਨੇ ਫਿਰ ਮਤਲਬ ਉਹਨੂੰ ਇਸ ਸ਼ਾਪ ਦੇ ਦਿੱਤਾ ਉਸੇ ਵੇਲੇ ਵੀ ਤੂੰ ਜਿਸ ਧੋਖਾਧੜੀ ਨਾਲ ਔਰ ਜਿਸ ਤਰੀਕੇ ਨਾਲ ਤੂੰ ਆਇਆ ਔਰ ਜਿਸ ਕੰਮ ਵਾਸਤੇ ਆਇਆ, ਜਾਂ ਤੇਰੇ ਸਰੀਰ ਤੇ ਸਾਰੇ ਇਹੋ ਹੀ ਨਿਸ਼ਾਨ ਹੋ ਜਾਣ। ਤਾਂ ਉਦੋਂ ਫਿਰ ਉਹ ਸਹਿੰਸਰ ਦਾਨ ਹਜ਼ਾਰਾਂ ਉਹਦੇ ਸਰੀਰ ਤੇ ਉਹੀ ਭਗ ਦੇ ਨਿਸ਼ਾਨ ਹੋ ਗਏ। ਉਹ ਫਿਰ ਚੀਕਿਆ, ਰੋਇਆ, ਬਹੁਤ ਗਾਇਆ ਔਰ ਉਹਨੂੰ ਫਿਰ ਖੈਰ ਉਹਨਾਂ ਇੰਨਾ ਰੋਇਆ ਉਹਦੇ ਵਿੱਚ ਉਹ ਦੱਸਿਆ ਹੈ, ਯਾਨੀ ਪੁਰਾਣੀ ਕਥਾ ਜਿਹੜੀ, ਤੇ ਗੁਰੂ ਨਾਨਕ ਸਾਹਿਬ ਨੇ ਵੀ ਨੋਟਿਸ ਲਿਆ ਇਸ ਦਾ ਕਿ ਫਿਰ ਉਹਨੂੰ ਇਹ ਕਿਹਾ ਕਿ ਬਈ ਵੀ ਇਹ ਸ਼ਰਾਬ ਤੇ ਵਾਪਸ ਨਹੀਂ ਹੋ ਸਕਦਾ, ਚੱਲ ਤੈਨੂੰ ਹੁਣ ਮੈਂ ਇਹ ਦੇ ਦਿੰਦਾ ਵੀ ਤੇਰੀਆਂ ਅੱਖਾਂ ਬਣ ਜਾਣ ਸਾਰੀਆਂ। ਤੋ ਸਹਿਸਰਾਕਸ਼ ਵੀ ਇੱਕ ਉਹਦਾ ਨਾਂ ਹੈਗਾ ਹੈ ਇੰਦਰ ਦਾ, ਤੇ ਉਹ ਫਿਰ ਅੱਖਾਂ ਉਹਦੀਆਂ ਬਣ ਗਈਆਂ ਤੇ ਦੈਨ ਹੀ ਕੁਡ ਗੋ ਬੈਕ ਟੂ ਹਿਸ ਓਨ ਪਲੇਸ। ਬਾਕੀ ਦਸਮ ਦਾ ਰੂਪ ਕੌਰ ਵਾਲਾ ਚਰਿੱਤਰ ਹੈ ਉਹਦੇ ਚ, ਪਰ ਨਾਰੀ ਕੇ ਭਜੇ ਸਹਿਸ ਬਾਸਵ ਭਗ ਪਾਏ। ਬਾਸਵ ਇੰਦਰ ਹੈ ਜੀ। ਨਾਲੇ ਇਹਦੇ ਚ ਇੱਕ ਹੋਰ ਹੈ ਜਿਹੜਾ ਅਕਾਲ ਉਸਤ ਦੇ ਵਿੱਚ ਵੀ, ਸ੍ਰੀ ਅਕਾਲ ਉਸਤ ਸਾਹਿਬ ਦੇ ਵਿੱਚ ਵੀ ਇੰਦਰ ਦਾ ਜ਼ਿਕਰ ਜਿਹੜਾ ਹੈ, ਕਿਉਂਕਿ ਗੁਰੂ ਸਾਹਿਬ ਨੇ ਸਿਰਫ ਹਵਾਲੇ ਉਹਨਾਂ ਨੂੰ ਐਜ਼ ਏ
ਕਰੈਕਟਰ ਲੈ ਕੇ ਉਹਨਾਂ ਨੇ ਇਹ ਕਿਹਾ ਕਿ ਵਾਹਿਗੁਰੂ ਦੀ ਸ਼ਕਤੀ ਹੈ। ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ, ਕਹੂੰ ਇੰਦਰ ਪਦਵੀ ਛਪਾਏ ਛੀਨ ਲੇਤੋ। ਕਿਧਰੇ ਤੇ ਇੰਦਰ ਵਰਗਿਆਂ ਨੂੰ ਸਿੰਘਾਸਨ ਦਵਾਉਂਦਾ, ਕਿਧਰੇ ਉਹਨਾਂ ਨੂੰ ਧੱਕੇ ਮਾਰ ਕੇ ਸੁੰਭ ਭੇਜ ਕੇ ਧੱਕੇ ਮਾਰ ਕੇ ਥੱਲੇ ਸੁਟਾ ਦਿੰਦਾ। ਸੋ ਇਹ ਵਾਹਿਗੁਰੂ ਦੀ ਸ਼ਕਤੀ ਦਾ ਜਿਹੜਾ ਇੰਦਰ ਇੰਨਾ ਬਲਸ਼ਾਲੀ ਮੰਨਿਆ ਜਾਂਦਾ ਹੈ, ਅਗਰ ਉਹਦਾ ਇਹ ਹਾਲ ਹੋ ਸਕਦਾ ਹੈ ਤੇ ਇੱਕ ਹਵਾਲੇ ਦੇਣ ਲਈ ਹੈਗਾ ਜੀ। ਇੱਕ ਕਿਸੇ ਨੇ ਸਵਾਲ ਕੀਤਾ ਹੈ, ਜੇ ਖੰਡਾ ਵਾਹਿਗੁਰੂ ਜੀ ਨੇ ਸਾਨੂੰ ਨਿਸ਼ਾਨ ਸਾਹਿਬ ਲਈ ਸੁਸ਼ੋਭਿਤ ਲੈ ਦਿੱਤਾ ਹੈ ਕੀਤਾ ਹੈ, ਅਸੀਂ ਉਸ ਵਿੱਚ 6 ਕਰਕੇ ਗਲ ਵਿੱਚ ਪਾ ਦਿੰਦੇ ਆ, ਕੀ ਇਹ ਸਹੀ ਹੈ? ਠੀਕ ਤੇ ਭਾਵੇਂ ਨਹੀਂ ਹੈ, ਪਰ ਫਿਰ ਵੀ ਇੱਕ ਯਾਦਗਾਰ ਨੂੰ ਤੁਸੀਂ ਹਮੇਸ਼ਾ ਕੋਲ ਰੱਖਦੇ ਤੇ ਮੈਂ ਸਮਝਦਾ ਇਹਦੀ ਇੱਕ ਬਹੁਤਾ ਹਰਜ ਵੀ ਨਹੀਂ ਹੈ। ਖੰਡੇ ਦਾ ਆਪਣਾ ਮਹੱਤਵ ਹੈ, ਜਿੱਥੇ ਉੱਤੇ ਹੈ ਉਹ ਤੇ ਹੈ ਹੀ ਹੈ। ਤੇ ਇਸ ਤੋਂ ਸਿੱਧ ਇਹੋ ਹੀ ਹੋਏਗਾ ਨਾ ਕਿ ਵੀ ਤੁਸੀਂ ਬਹੁਤ ਪਿਆਰ ਕਰਦੇ ਜੇ ਇਹਨੂੰ, ਬਹੁਤ ਤੁਸੀਂ ਕੋਲ ਰੱਖਣਾ ਚਾਹੁੰਦੇ ਜੇ, ਤੇ ਫਿਰ ਉਹਦੇ ਨਾਲ ਜਿਹੜੇ ਗੁਣ ਉਪਜਣੇ ਚਾਹੀਦੇ ਆ ਉਹ ਵੀ ਉਹਦਾ ਵੀ ਚਾਂਸ ਬਣ ਸਕਦਾ ਹੈ, ਕੋਈ ਹਰਜ ਨਹੀਂ। ਖੰਡਾ ਦੇ ਬਾਬਾ ਦੀਪ ਸਿੰਘ ਕੋਲ ਸੀ, ਉਹਦੇ ਗਲੇ 'ਚ ਨਹੀਂ ਪਾਇਆ ਜਾ ਸਕਦਾ, ਉਹਦਾ ਰੈਪਲੀਕਾ ਪਾਇਆ ਜਾ ਸਕਦਾ। ਖੰਡਾ ਨਹੀਂ ਪਾਇਆ। ਦੂਜਾ ਹੈ ਜੀ, ਕੀ ਤ੍ਰਿਆ ਚਰਿੱਤਰ ਦੀ ਬਾਣੀ ਗੁਰੂ ਸਾਹਿਬ ਜੀ ਦੀ ਲਿਖਤ ਹੈ? ਪਹਿਲੀ ਗੱਲ ਤੇ ਬਾਣੀ ਦਾ ਨਾਮ ਗਲਤ ਬੋਲ ਰਿਹਾ, ਚਰਿੱਤਰੋਪਾਖਿਆਨ ਹੈ। ਤ੍ਰਿਆ ਚਰਿੱਤਰ ਕਹਿਣ ਨਾਲ ਇਹ ਇੱਕ ਨਿੰਦਾਵਾਚਕ ਸ਼ਬਦ ਹੋ ਜਾਏਗਾ। ਗੁਰੂ ਜੀ ਨੇ ਚਰਿੱਤਰੋਪਾਖਿਆਨ ਲਿਖਿਆ, ਦਸਮ ਗੁਰੂ ਦੇ ਵਿਰੋਧੀ ਤ੍ਰਿਆ ਚਰਿੱਤਰ ਜਿਹੜਾ ਪ੍ਰਚਾਰ ਦੇ। ਇੱਕ ਤੇ ਚਰਿੱਤਰੋਪਾਖਿਆਨ ਹੈ, ਦੂਜੀ ਚੀਜ਼ ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਲਿਖਿਆ ਹੋਇਆ ਔਰ ਕਵਿਓ ਬਾਚ ਬੇਨਤੀ ਚੌਪਈ ਤੇ ਇਸ ਦਾ ਐਂਡ ਹੈ, ਇਸ ਕਰਕੇ ਸਾਰੀ ਬਾਣੀ ਦਸਮ ਪਾਤਸ਼ਾਹ ਜੀ। Just some additional points to that as well. Chopa Singh Retnama also refers to the Rachana of Chittopakhyan, and in my presentation earlier on, I also discussed the fact that in the Anantapuri Bead, the handwritten pages of Khas Patre are also in certain parts in the hand of Guru Gobind Singh as well. ਇੱਕ ਸਵਾਲ ਹੈ ਜੀ ਪ੍ਰਿੰਸੀਪਲ ਸਵਰਾਜ ਸਿੰਘ ਜੀ ਦਾ ਕਿ ਦਮਦਮੀ ਬੀੜ ਸਰੂਪ 1682-83 ਦੀ ਸਰੂਪ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਰਤਮਾਨ ਰੂਪ ਵਿੱਚ ਹੀ ਅੰਕਿਤ ਹੋਈ ਹੈ। ਦਮਦਮੀ ਸਥਾਨ ਤੇ ਗੁਰੂ ਸਾਹਿਬ ਦੀ ਸੰਪੂਰਨਤਾ ਕਿਵੇਂ? ਦਮਦਮੀ ਸਰੂਪ ਦੀ ਪ੍ਰਤੀਬਿੰਬ ਸਰੂਪ ਕਿਹੜਾ ਹੈ? ਭਾਵ ਪੁਰਾਤਨ ਹੱਥ ਲਿਖਤ ਸਰੂਪਾਂ ਵਿੱਚੋਂ ਕਿਹੜਾ ਸਰੂਪ ਦਮਦਮੀ ਸਰੂਪ ਦਾ ਪ੍ਰਤੀਬਿੰਬ ਸਰੂਪ ਕਿਹਾ ਜਾ ਸਕਦਾ ਹੈ? ਇੱਕ ਤਾਂ ਇਹ ਕਿ ਜਿਹੜੀ ਕਿਹਾ ਜਾਂਦਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਛੜੀ ਹੋਈ ਹੈ, ਇਸ ਤੋਂ ਦਮਦਮੀ ਬੀੜ ਤੋਂ ਪਹਿਲਾਂ ਜਿਤਨੀਆਂ ਵੀ ਬੀੜਾਂ ਨੇ ਉਹਨਾਂ ਵਿੱਚ ਰਾਗ ਜਿੱਥੇ ਨਿਸ਼ਚਿਤ ਹੈ ਉਹ ਨਿਸ਼ਚਿਤ ਸਥਾਨ ਤੇ ਨਹੀਂ ਹੈ। ਕਿਤੇ ਇਕੱਠੀ ਲਿਖੀ ਹੈ, ਕਿਤੇ ਕੁਝ ਰਾਗਾਂ ਵਿੱਚ ਲਿਖੀ ਹੈ, ਕੁਝ ਰਾਗਾਂ ਵਿੱਚ ਨਹੀਂ ਲਿਖੀ। ਪੁਰਾਣੀਆਂ ਬੀੜਾਂ ਜਿਹੜੀਆਂ ਨੇ ਉਹਨਾਂ ਵਿੱਚ ਜਿਹੜੀਆਂ ਹੱਥ ਲਿਖਤਾਂ ਸਨ ਉਹਨਾਂ ਵਿੱਚ ਤਾਂ ਜੈਜਾਵੰਤੀ ਜੈਤਸਰੀ ਨਾਲ ਲੱਗਿਆ ਹੋਇਆ ਹੈ। ਸੋ ਇਸ ਕਰਕੇ ਇਸ ਤੋਂ ਪਹਿਲਾਂ ਦਮਦਮੀ ਸਰੂਪ ਜਿਹੜਾ ਬਣਿਆ ਹੈ, ਇਸ ਤੋਂ ਪਹਿਲਾਂ ਕੋਈ ਵੀ ਬੀੜ ਬਿਲਕੁਲ ਹੂਬਹੂ ਇਸ ਤਰ੍ਹਾਂ ਨਹੀਂ ਹੈ, ਕੁਝ ਨਾ ਕੁਝ ਵਾਧੇ ਘਾਟੇ ਜ਼ਰੂਰ ਨੇ। ਦੂਜੀ ਚੀਜ਼ ਇਹ ਵੇ ਕਿ ਦਮਦਮੀ ਸਰੂਪ ਕਿਵੇਂ, ਇਹ ਤਾਂ 4 ਉਤਾਰੇ ਬਾਬਾ ਦੀਪ ਸਿੰਘ ਜੀ ਨੇ ਕਰ ਲਏ ਸੀ। ਉਹ ਸਾਡੇ ਕੋਲ ਥੋੜਾ ਸਮਾਂ ਪਹਿਲਾਂ ਤੱਕ ਉਹਨਾਂ ਵਿੱਚ ਬੀੜਾਂ ਮੌਜੂਦ ਸਨ। ਉਹ ਹੁਣ ਸਾਡਾ ਦੁਰਭਾਗ ਹੈ ਵੀ ਸਾਰੀਆਂ ਚੀਜ਼ਾਂ ਸਾਡੀਆਂ ਗੁੰਮ ਹੁੰਦੀਆਂ ਜਾਂਦੀਆਂ ਨੇ। ਸੋ ਉਹ ਉਤਾਰੇ ਕਰਨ ਵਾਸਤੇ ਔਰ ਸ਼ੁੱਧਤਾ ਵਾਸਤੇ ਬੀੜਾਂ ਜਿਹੜੀਆਂ ਸਨ ਸਾਡੇ ਕੋਲ ਮੌਜੂਦ ਰਹੀਆਂ। ਇੱਕ ਸਵਾਲ ਤਾਂ ਨਹੀਂ ਹੈ, ਇਹਨਾਂ ਦਾ ਸੁਨੇਹਾ ਹੈ ਡਾਕਟਰ ਸੁਖਮੰਦਰ ਸਿੰਘ ਜੀ ਬਾਰੇ, ਕਿ ਉਹਨਾਂ ਦਾ ਆਈਡੀਆ ਆਫ ਹੈਵਿੰਗ ਅ ਟਰਸਟ ਫੰਡ of scholarship for higher education. I think we should seriously consider this, and I'm willing to donate if someone is willing to take charge of this. और एक गुरुद्वारा प्रबंधक कमेटी ज्यादा नोटिस लवे और उन्होंने अप्रोच करे, जो भी टर्म्स वगैरह ने अपनी सेटल कर लें। कि ਇਹਦੇ 'ਚ ਹੈ ਕਿ ਚਰਿੱਤਰ ਨੰਬਰ 16 ਅਤੇ 21, 22 ਅਤੇ 23 ਵਿੱਚ ਗੁਰੂ ਸਾਹਿਬ ਦੇ ਆਪਣੇ ਹਨ ਜਾਂ ਨਹੀਂ? ਕਿ ਕੀ ਉੱਥੇ ਗੁਰੂ ਸਾਹਿਬ ਖੁਦ ਗਏ ਛਜੀਆਂ ਨਾਂ ਦੀ ਵੇਸ਼ਿਆ ਨੂੰ ਸ਼ਰਾਬ ਪਿਆ ਕੇ ਆਉਂਦੇ ਹਨ,
ਇਹ ਸਪਸ਼ਟ ਕਰਨ ਦੀ ਕਿਰਪਾਲਤਾ ਕਰੋ। ਇਹ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੀ ਦੀ ਸਾਰੀ ਚਰਿਤਰੋਪਾਖਿਆਨ ਗੁਰੂ ਮਹਾਰਾਜ ਸਾਰਾ ਦਸਮ ਗ੍ਰੰਥ ਹੀ ਇੱਕੋ ਭਾਸ਼ਾ ਇੱਕੋ ਦੇ ਛੰਦ ਇੱਕੋ ਸਾਰਾ ਹੈ। ਚਰਿਤਰਾਂ ਨੂੰ ਸ਼ਰਾਬ ਪਿਆ ਦਿੱਤਾ ਹੈ ਕਰਤਾ। ਪਹਿਲੀ ਗੱਲ ਤੇ ਇਹ ਵੇ ਕਿ ਇਹ ਸਮਝਣਾ ਚਾਹੀਦਾ ਹੈ ਮੈਸੇਜ ਕੀ ਦਿੱਤਾ ਹੈ। ਕਿਸੇ ਵੀ ਪ੍ਰਸਥਿਤੀ ਵਿੱਚ ਜਿਹੜਾ ਹੈ ਪਰ ਨਾਰੀ ਨਾਲ ਭੋਗ ਨਹੀਂ ਕਰਨਾ। ਇਹ ਹੈ ਕਿ ਜੇ ਕਿਤੇ ਛਲ ਤੁਹਾਡੇ ਸਾਹਮਣੇ ਆਏ ਤਾਂ ਤੁਹਾਨੂੰ ਤਰਕੀਬ ਜੁਗਤ ਨਾਲ ਉੱਥੋਂ ਤੁਸੀਂ ਬਚਣਾ ਹੈ। ਬਿਲਕੁਲ ਪਰ ਨਾਰੀ ਦਾ ਸੰਗ ਨਹੀਂ ਕਰਨਾ। ਮੈਂ ਛੱਜਿਆ ਦੀਆਂ ਪੰਕਤੀਆਂ ਜਿਹੜੀਆਂ ਦੋ ਪੜ੍ਹ ਕੇ ਸੁਣਾਉਣਾ ਛੱਜਿਆ ਦੇ ਪ੍ਰਸੰਗ ਵਿੱਚ। ਰੀਤ ਨਾ ਜਾਣਤ ਪ੍ਰੀਤ ਕੀ ਪੈਸ਼ਨ ਕੀ ਪ੍ਰਤੀਤ ਪਿਛੂ ਵਿਸ਼ਿਆਰ ਬੇਸ਼ਿਆ ਕਹੋਂ ਕਵਨ ਕੇ ਨੀਤ। ਇਹ ਕਿਤੇ ਮਿੱਤਰ ਨੇ ਕਦੇ ਵੀ ਨੇੜੇ ਨਹੀਂ ਜਾਣਾ। ਅੱਗੇ ਹੈ ਤਬੈ ਰਾਏ ਗ੍ਰੇ ਆਏ ਸੁਪਰਨ ਐਸੇ ਕੀਓ ਭਲੇ ਯਤਨ ਸੋ ਰਾਖ ਧਰਮ ਅਵ ਮੈਂ ਲਿਓ। ਮੈਂ ਯਤਨ ਨਾਲ ਯਤਨ ਪੂਰਵਕ ਆਪਣਾ ਧਰਮ ਬਚਾਇਆ। ਇਹ ਝੂਠ ਲਿਖਿਆ ਕਿਸੇ ਵਿੱਚ ਕਿ ਇੱਥੇ ਵੀ ਇੱਕ IM ਉਹਦੇ ਚ ਲਿਖਿਆ ਕਿ ਭੋਗ ਕਰਕੇ ਆਏ। ਇਹ ਗਲਤ ਹੈ। ਕੋਈ ਵੀ ਵਿਅਕਤੀ ਉਹ ਪੰਕਤੀ ਲਿਆ ਕੇ ਇੱਥੇ ਸਾਰੀ ਸੰਗਤ ਵਿੱਚ ਦੱਸ ਦੇਵੇ ਜਿੱਥੇ ਲਿਖਿਆ ਹੋਵੇ ਕਿ ਰਾਏ ਨੇ ਭੋਗ ਕੀਤਾ। ਦੇਸ਼ ਦੇਸ਼ ਨਿਜ ਪ੍ਰਭ ਕੀ ਪ੍ਰਭਾ ਬਿਖੇਰ ਹੋ हे हो आन त्रिया कै कबौर न कबहू हेर हो मैं ते पराई नारी नूं कदे देखांगा भी। ये है प्रसंग दे विच। दूजा सवाल भी बिल्कुल इसे तरह का ही सी और मेरा ख्याल है ਉਹਦੇ ਵਿੱਚ जवाब उन्होंने मिल गया। एक होर छोटा जिहा सवाल है माता साहिब कौर जी नूं साहिब देवा क्यों कहा जाता है क्योंकि जदों कि माता जी नूं खालसे दी माता कहा जाता है कि खालसा जी दी माता ने अमृत नहीं सी पान किया। जे अमृत पान किया है तो फिर माता साहिब कौर जी ही कहना चाहिए। सिख रहत में याद माता साहिब कौर जी रहत में जिथे अमृत छकाना दे ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਜੀ। ਸਿੱਖ ਰਹਿਤ ਮਰਿਆਦਾ ਵਿੱਚ ਮਾਤਾ ਸਾਹਿਬ ਕੌਰ ਲਿਖਿਆ ਜਦੋਂ ਖਾਲਸੇ ਦਾ ਪਿਤਾ ਖਾਲਸੇ ਦੇ ਅੰਮ੍ਰਿਤ ਛਕਾਉਣ ਸਮੇਂ ਕਿਹਾ ਜਾਂਦਾ ਹੈ ਤੁਹਾਡੇ ਅੱਜ ਤੋਂ ਤੁਹਾਡੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਅਤੇ ਮਾਤਾ ਸਾਹਿਬ ਕੌਰ। एक मेरे नाल ते आया बस खाली लिखिया है पर ये सवाल या कि किस कंटेक्स्ट विच है। बच्चे की सिक्ख्या ਉਹਦੇ जन्म तो 20 साल पहला शुरू होनी चाहिए है। दरअसल ये कई दफा मेरे कोटेशन है जिहड़े साडा प्रोग्राम दा है ਉਹਦੇ ਮੋਟੋ ਚ ਵੀ ਪ੍ਰੋਮੋ ਚ ਵੀ है। ਇਹ ਭਾਈ ਸਾਹਿਬ ਭਾਈ ਜੋਤ ਸਿੰਘ ਜੀ ਜਿਹੜੇ ਸੀਗੇ ਉਹਨਾਂ ਦੀ ਕੋਟੇਸ਼ਨ ਸੀ ਕਿ ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀ ਬੱਚੇ ਨੂੰ ਧਰਮ ਦੀ ਸਿੱਖਿਆ ਕਦੋਂ ਦੇਣੀ ਚਾਹੀਦੀ ਹੈ। ਉਹ ਕਹਿੰਦੇ ਸੀ ਉਸਦੇ ਜਨਮ ਤੋਂ 20 ਸਾਲ ਪਹਿਲੇ ਤਾਂ ਕਿ ਆਉਣ ਵਾਲੀ ਤੁਹਾਡੀ ਪਨੀਰੀ ਜਿਹੜੀ ਹੈ ਸਾਂਭੀ ਜਾ ਸਕੇ। मतलब तो ये कि माता पिता नु जन्म तो गुरमत देनी चाहिए। वही कह रहे हैं जी। बहुत सोहनी कोटेशन बहुत अच्छी। एक है जी सिखा दे दो गुरु ग्रंथ साहब क्यों हैं कि इको नहीं ओनली सपोज टू बी वन जिन्हां विच सारे सिख बिलीव करन। दो गुरु ग्रंथ साहब क्यों? तो किसी ने कहा ही नहीं। गुरु ग्रंथ साहब एक है। वार वार जिहड़ा वक्ता उठता वो कहता गुरु ग्रंथ साहब एक है और कह रहे हैं कि श्री दसम ग्रंथ जिहड़े ने ये भी सिखां दे ग्रंथ ने। ये सिखां दे ग्रंथ हैं। जे साडे 10-50 ग्रंथ भी होण जिहड़े असीं पढ़ीए ज्ञानवान होईए गुरु तो असीं इक्को गुरु ग्रंथ साहब नूं मंनदे हां ना। सूरज प्रकाश की कथा भी करदे हां। महिमा प्रकाश भी साडे पास है। अनेकां ग्रंथ साडे पास बल्कि ये मैं देख रहा सी भाई केसर सिंह छिब्बर का बहुत सोहनी कोटेशन है कि वो कहते जो उत्थे दो सैंचियां सी तो उत्थे पुछया गुरु साहब नूं ये की है दसम ग्रंथ बारे तो हजूर ने गुरु ग्रंथ साहब बारे कहा ये तो नहीं ये मेरी बाणी है और ये साडी खेड है। उहदे विच केसर सिंह छिब्बर फिर अपने वालों अंकित करते हैं कहते कि मैनू समझ आ गई सतगुरु के जन्मे छोटे ग्रंथ जी सतगुरु के घर छोटे ग्रंथ जी का जन्म होया। सो दसम ग्रंथ का रुतबा और पोजीशन गुरु साहब ने खुद ही स्पष्ट कर दी और उहदे कोई दुविधा नहीं रही। सतगुरु के घर जन्मे छोटे ग्रंथ जी ग्रंथ का एक है। फिर कह लगे केसर सिंह छिब्बर कहते हैं ये मैनू समझ आ गई कि ग्रंथ तो गुरु ग्रंथ साहब है बाकी ये उस तरह जिवें प्यो का एक होंदा बाकी चाचे ताए होंदे हैं। ये उन्होंने अपना एक टिप्पणी भी अंकित की थी। एक होर उसी तरह का एक चीज इस प्रसंग दे विच की कहते हैं केसर सिंह छिब्बर
10ਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗ੍ਰੰਥ ਸਾਹਿਬ ਨੂੰ ਦੇ ਹੈ ਗਿਆ। ਅੱਜ ਪ੍ਰਤੱਖ ਗੁਰੂ ਸਾਡਾ ਗ੍ਰੰਥ ਹੈ, ਸੋਈ ਗਿਆ ਜੋ ਗ੍ਰੰਥ ਹੋ ਗਿਆ। ਜਿਤਨਾ ਹੋਏ ਆਵੇ ਤਿਤਨਾ ਗ੍ਰੰਥ ਸਾਹਿਬ ਦੇ ਬਚਨ ਕਮਾਵੇ, ਬਿਨਾ ਗ੍ਰੰਥ ਕੋਈ ਹੋਰ ਨਾ ਜਾਣੇ ਗ੍ਰੰਥ ਸਾਹਿਬ ਹੈ ਦੋਏ ਸੱਕੇ ਪਾਏ। ਇੱਕ ਹੈ ਵੱਡਾ ਇੱਕ ਛੋਟਾ ਕਹਾਈ। ਇਤਨੀ ਸਾਡੇ ਬਜ਼ੁਰਗਾਂ ਨੇ ਬਿਲਕੁਲ ਗਾਈਡਲਾਈਨ ਸਿੱਧੀਆਂ ਦਿੱਤੀਆਂ ਨੇ, ਅਸੀਂ ਝਗੜਾ ਤੇ ਅਸੀਂ ਖੜਾ ਕੀਤਾ ਜੀ। ਅਸਲ ਵਿੱਚ ਮੈਨੂੰ ਇਦਾਂ ਜਾਪ ਰਿਹਾ, ਹੋ ਸਕਦਾ ਗਲਤ ਹੋਈ, ਕਿਉਂਕਿ ਇੱਕ ਪਹਿਲਾ ਗੁਰੂ ਸਾਹਿਬ ਦਾ ਸਮਕਾਲੀ ਇਹ ਜਿਹੜਾ ਲਿਖਾਰੀ ਹੈ ਭਾਈ ਕੇਸਰ ਸਿੰਘ ਛੇਬਰ, ਜਿਹੜੇ ਸਾਫ਼ ਕਹਿ ਰਹੇ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਗੁਰੂ ਸਾਹਿਬ ਨੇ ਦਿੱਤੀ। ਇਸ ਕਰਕੇ ਸ਼ਾਇਦ ਇਹਨਾਂ ਦੇ ਉੱਤੇ ਵੀ ਜ਼ਿਆਦਾ ਹਮਲਾ ਹੈ ਕਿ ਇਹਨਾਂ ਨੂੰ ਵਿੱਚੋਂ, ਇਹਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਹਮਲਾ ਕੀਤਾ ਜਾਂਦਾ ਹੈ ਕਿ ਇਹਨਾਂ ਨੂੰ ਵਿੱਚੋਂ ਹਟਾਓ, ਇਹ ਬ੍ਰਾਹਮਣ ਹੈ ਤੇ ਫਲਾਣਾ। ਹਾਲਾਂਕਿ ਗੁਰੂ ਸਾਹਿਬ ਦੇ ਨਾਲ ਰਹੇ ਔਰ ਬਲਕਿ ਉਹਨਾਂ ਦੀ ਨਿਮਰਤਾ ਔਰ ਸਾਰਾ ਕੁਝ। ਉਹ ਕਲਗੀਧਰ ਪਿਤਾ ਨੂੰ ਕਹਿੰਦੇ ਆ, ਹਜ਼ੂਰ ਤੁਸੀਂ ਮੈਨੂੰ ਜਿੱਦਾਂ ਦਾ ਹਾਂ ਟਨਕਾਰ ਕੇ ਨਾ ਵੇਖੋ, ਜਿੱਦਾਂ ਦਾ ਹਾਂ ਉਦਾਂ ਹੀ ਪ੍ਰਵਾਨ ਕਰ ਲਓ। ਜੇ ਤੁਸੀਂ ਥੋੜਾ ਜਿਹਾ ਠੋਕਿਆ ਤੇ ਭੱਜ ਸੀ ਕੁਝ ਨਾ ਬਚੇਗਾ, ਕਹਿੰਦਾ ਇਸ ਕਰਕੇ ਮੈਨੂੰ ਇਦਾਂ ਹੀ ਪ੍ਰਵਾਨ ਕਰ ਲਓ। ਇੱਕ ਹੋਰ ਸਵਾਲ ਆਇਆ, ਵਾਈ ਡੂ ਪੀਪਲ ਕੁਐਸਚਨ ਸ੍ਰੀ ਦਸਮ ਗ੍ਰੰਥ? ਪਰ ਇਹ ਤਾਂ ਖੈਰ ਕਈ ਵਾਰ ਪੁੱਛੇ, ਇਹਨਾਂ ਦਾ ਇੱਕ ਨਵਾਂ ਸਵਾਲ ਹੈ, ਐਂਡ ਵੇਅਰ ਫਰੋਮ ਥੀਸ ਪੀਪਲ ਗੈਟ ਥੀਸ ਆਈਡੀਆਜ਼? ਇਹ ਸੋਹਣਾ ਸਵਾਲ। In recent times, people have been questioning Sri Dasam Granth Sahib, and with the advent of modern technology with Facebook and YouTube, it seems to be the new medium for people to get ideas. Back in the days, people, when they used to do Ityas, used to read the books. They used to do Khoj. They used to read the Brahman literature. By reading that, they would actually get a sense of what Sikhi was all about. Now, in modern times, in terms of debates, you're finding that people are looking at Facebook, looking at YouTube videos. Earlier on, Gurdev Singh said, we've got a certain amount of YouTube Gyanis out there, which is very, very true. By presenting yourself on YouTube in a 5-minute video or 30-minute video and presenting yourself out to be a Gyani or some kind of Mahabharata in terms of actual understanding of Sikhi and Sikh literature is very shallow. As you can see, there's a wealth of experience here on this table in terms of the research that's been done. So the actual going back to the answer is that who knows where they get these ideas from, but modern technology is definitely pointing in that direction. हाँ जी, एक सूचना है, फ्रेजनो दी बस जिहड़ी है वो हुणे जाण लगी है, ये सूचना देण दा हुक्म होया है। फ्रेजनो बस इज लीविंग, सो दिस इंफॉर्मेशन इज गिवन। एक होर है, दे शिवा वाले शब्द विच शिवा शब्द दा अर्थ की है, भाव शिवा शब्द क्यों वरत्या गया? शिव दा अर्थ शिव जी है ਜਾਂ ਕੁਝ ਹੋਰ? ਬਾਕੀ ਤਾਂ ਡਾਕਟਰ ਸਾਹਿਬ ਦੱਸਣਗੇ। ਮੈਂ ਤਾਂ ਇੱਕ ਬਹੁਤ ਕਮਾਲ ਦੀ ਪੰਕਤੀ ਸੀ, ਦੇਵ ਦੇਵਤਾਨ ਕੋ, ਵਾਹਿਗੁਰੂ ਜਿਹੜਾ ਦੇਵਤਿਆਂ ਦਾ ਵੀ ਦੇਵ ਹੈ, ਦੇਵ ਦੇਵਤਾਨ ਕੋ, ਸੁਰੇਸ਼ ਦਾਨਵਾਨ ਕੋ, ਮਹੇਸ਼ ਗੰਗਧਾਨ ਕੋ, ਜਿਸ ਨੇ ਸਿਰ 'ਚ ਗੰਗਾ ਧਾਰਨ ਕੀਤੀ ਹੈ, ਉਹਦਾ ਵੀ ਮਹਾਨ ਉਹ ਹੈ, ਉਹਦਾ ਵੀ ਸੁਰੇਸ਼ ਉਹ ਹੈ। ਅਸੀਂ कवि बात बेनती चौपे विच पढ़ते हैं, महादेव को कहत सदा शिव। तो इसका मतलब होया कि महादेव ਨੂੰ शिव नहीं कहना चाहिए, शिव अकाल पुरख वाहिगुरू है, निरंकार का चिंतन है। ਉਹ शिव ਜਿਹੜਾ ਨਿਰੰਕਾਰ ਹੈ ਉਸ ਨੂੰ ਛੱਡ ਕੇ ਅਸੀਂ ਮਹਾਦੇਵ ਨੂੰ शिव ਬਣਾਤਾ। शिव ਦਾ ਅਰਥ ਹੁੰਦਾ ਹੈ ਕਲਿਆਣਕਾਰੀ। ਜਿਵੇਂ ਅਸੀਂ ਮੁਰ ਅਰੀ ਕ੍ਰਿਸ਼ਨ ਮੁਰ ਦਾ ਵੈਰੀ ਸੀ, ਮੁਰ ਅਰੀ ਕ੍ਰਿਸ਼ਨ ਵਾਸਤੇ ਸੀ, ਪਰੰਤੂ ਅਸੀਂ ਮੁਰਾਰੀ ਜਦੋਂ ਕਹਿੰਦੇ ਆ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਕਹਿੰਦੇ ਆ। ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਇਲਾਹ ਜਿਹੜਾ ਸੀ ਉਹ ਸੂਰਜ ਸੀ, ਪਰੰਤੂ ਅੱਲਾਹ ਦੇ ਅਰਥ ਜਿਹੜੇ ਨੇ ਅਸੀਂ ਉਹ ਮੰਨਣੇ ਨੇ ਜਿਹੜੇ ਇਸਲਾਮ ਨੇ ਡਿਟਰਮਿਨ ਕਰਨੇ ਨੇ। ਇਸ ਕਰਕੇ शिव ਦਾ ਅਰਥ ਇੱਥੇ ਜਿਹੜਾ ਹੈ, ਜਦ ਕਿਤੇ ਵਿਸ਼ਨ ਆਏਗਾ, शिव ਆਏਗਾ, ਰਾਮ ਆਏਗਾ, ਉਹਦੇ ਅਰਥ ਅਸੀਂ ਆਪਣੀ ਆਈਡੀਆਲੋਜੀ ਅਨੁਸਾਰ ਕਰਨੇ ਨੇ। ਇਸ ਕਰਕੇ ਇੱਥੇ ਦੇ ਅਰਥ ਪਰਮਾਤਮਾ ਜੀ ਬਿਲਕੁਲ। ਨਾਲੇ ਜਿਵੇਂ शिव ਦੀ ਪੂਜਾ ਦਾ ਵਿਧਾਨ शिवलिंग ਦੀ ਪੂਜਾ ਨਾਲ ਕੀਤਾ ਜਾਂਦਾ, सो दसम पातशाह दसम ग्रंथ विच है, माटी के लिंग बनाए के पूजन तो में कहो तुम कासिद पाई, जो निर्जोत भयो जग भीतर ताही के आगे लै जोत जगाई।
फिर अगे है कहो मिस्र आगे कहाँ जवाब दे हो, जबे काल के जाल में फांस जय हो, तब तू को पूजा कर ले हो, तब तू को पुस्तक कर ले हो, भागवत पढ़ो के गीता कहो, तऊ लिंग पूजा करोगे वहीं। सो इतने स्पष्ट लफ्जां दे विच जिहड़ा है ਉਹ एक अकाल पुरख तो सिवाय किसी होर दी पूजा दा हो ही नहीं सकता। गुरु गोबिंद सिंह साहब चरित्र नंबर 266 विच जी बड़ा लंबा उपदेश है शिव पूजा करने वाले का। उन्होंने ये समझाया है ताही पछाण तो है ना महाजन जाको प्रताप तीहू। ये पंडित नु कह रहे हैं जेड़ा शिव दा पूजा बिल्कुल। और ਉਹਦੇ ਵਿੱਚ ਹੀ ਅੱਗੇ ਹੈ ਕਹਿੰਦੇ ਮੇਰੇ ਤੇ ਔਖੇ ਕਿਉਂ ਹੁੰਦੇ ਆ ਕਿਉਂਕਿ ਮੈਂ ਪੱਥਰ ਨੂੰ ਪੱਥਰ ਕਹਿੰਦਾ ਤੇ ਮੈਂ ਪੱਥਰ ਨੂੰ ਪੱਥਰ ਹੀ ਕਹਿਣਾ, ਇਸ ਕਰਕੇ ਮੇਰੇ ਤੇ ਔਖੇ ਹੁੰਦੇ ਆ। ਭਾਵੇਂ ਜੋ ਮਰਜ਼ੀ ਕਹੀ ਜਾਣ ਮੈਂ ਇਹੀ ਕਹਾਂਗਾ, ਹੋਰ ਕੁਝ ਨਹੀਂ ਕਹਾਂਗਾ। एक बड़ी लंबी जी चिट्ठी है, a strong thread of Jewish community to reach out to those who need help. They also give their youth and air to flourish. The Jewish community also, Guruji says multiple times that aap japo avra naam japavu, reaching out to others is the strongest need now. Otherwise the true Sikh will indeed continue to be a minority community. Do you agree? It is good to let those who are connected to Guru to also act on Guru's teachings, but how about motivating those who are connected to reach out? सवाल नहीं है, suggestion हैगी है जी। हाँ, प्रबंध कर ये प्रबंधक सो बहुत बहुत आप सब का बहुत बहुत धन्यवाद है। सो इतना आपने समा दिता, बहुत ही दिलों आपके आभारी भी हाँ, और संगत ने और प्रबंधकों ने भी और गुरुद्वारा साहब की कमेटी ने भी जो कुछ सहयोग दिता है, ये साडे लिए एक यादगारी समा अज का जो हो निबड़िया है, पर इस नूं अगे तोरना तुहाडा काम है। वाहिगुरू जी का खालसा, वाहिगुरू जी की फतेह। सो बेनती है मानयोग ज्ञानी सुरेंद्र सिंह होना नूं, मानयोग ज्ञानी सुरेंद्र सिंह होना नूं, सिंह साहब तख्त श्री केसगढ़ साहब जो अपने विच अज मौजूद हैं, उन्होंने अपने सतगुरु साहिब जी ने इन्हां ते बहुत बख्शिश की है। इन्हां नूं सरोपे की बख्शिश साडे सत्कारयोग भाई साहब सुखदेव सिंह जी करनगे। सो हुण ज्ञानी सुरेंद्र सिंह जी नूं बेनती है कि जिन्हें भी बुलारे इत्थे आए ने, जिन्हें भी बुलारे इत्थे आए ने, इन्हां नूं जो